ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀਤ ਹਰਜੀਤ। ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਗੰਭੀਰ ਕਹਾਣੀ ਵੇਕਰ ਔਰਤ ਸਾਂਝੀ ਕਰ ਰਿਹਾ। ਇਹ ਕਹਾਣੀ ਗੁਰਮਲਕੀਅਤ ਸਿੰਘ ਕਾਲੋਂ ਹੋਰਾਂ ਨੇ ਲਿਖੀ ਹੋਈ ਹੈ। ਪੇਸ਼ ਹੈ ਕਹਾਣੀ ਵੇਕਰ ਔਰਤ। ਸ਼ਿੰਦੋ ਸਮੇਂ ਦੇ ਉਸ ਦੌਰ ਵਿੱਚ ਜਨਮੀ ਜਦੋਂ ਨੂੰਹ ਦੀ ਕੁੱਖੋਂ ਕੁੜੀ ਜੰਮਣ ਦਾ ਪਤਾ ਲੱਗਦਿਆਂ ਹੀ ਦਾਦੇ ਦਾਦੀਆਂ ਆਪਣੇ ਅੰਗੂਠੇ ਸਵਾਰਨ ਲੱਗ ਪੈਂਦੇ ਸਨ। ਨਵਜਨਮੀ ਲਈ ਉਹਨਾਂ ਦਾ ਪਹਿਲਾ ਪਿਆਰ ਹੀ ਉਸ ਦੇ ਗਲ ਵਿੱਚ ਅੰਗੂਠਾ ਹੁੰਦਾ ਸੀ। ਅਮਰ ਸਿੰਘ ਦੇ ਘਰ 5 ਪੁੱਤਾਂ ਪਿੱਛੋਂ ਪੈਦਾ ਹੋਈ ਸ਼ਿੰਦੋ ਅਲੋਕਾਰੀ ਕੁੜੀ ਨਹੀਂ ਸੀ, ਨਾ ਹੀ ਉਹ ਆਪਣੇ ਨਾਲ ਦੌਲਤ ਦੀਆਂ ਪੰਡਾਂ ਲੈ ਕੇ ਆਈ ਸੀ। ਪਰ ਉਸਦੇ ਜਨਮ ਤੇ ਅਮਰ ਸਿੰਘ ਵੱਲੋਂ ਕੀਤੇ ਪੁੱਤਾਂ ਵਰਗੇ ਚਾਵਾਂ ਨੇ ਬਹੁਤਿਆਂ ਨੂੰ ਹੈਰਾਨ ਕੀਤਾ ਸੀ। ਦਾਈ ਦੇ ਮੂੰਹੋਂ ਦੇਵੀ ਆ ਗਈ ਸੁਣ ਕੇ ਅਮਰ ਸਿੰਘ ਨੇ ਆਪਣੀ ਮਾਂ ਭਾਨੋ ਨੂੰ ਬੁੱਲ ਚਾੜਦੇ ਵੇਖ ਲਿਆ ਸੀ। ਮਾਂ ਦੀਆਂ ਤਿਉੜੀਆਂ ਵੇਖ ਉਹ ਬੋਲਿਆ ਤਾਂ ਨਾ, ਪਰ ਬੁਰਾ ਜ਼ਰੂਰ ਮਨਾਇਆ। ਧੀ ਦਾ ਪਿਓ ਬਣਨ ਦੇ ਚਾਅ ਦਾ ਵਿਖਾਲਾ ਪਾਉਣ ਲਈ ਉਸਨੇ 2 ਦਿਨ ਪਹਿਲਾਂ ਚੜਵਾਈ ਭੱਠੀ ਦੀਆਂ ਪਹਿਲੀਆਂ ਬੋਤਲਾਂ ਡਿਊੜੀ ਵਾਲੇ ਮੇਜ਼ ਤੇ ਰੱਖ ਦਿੱਤੀਆਂ। ਭਾਨੋ ਸਮਝ ਗਈ ਕਿ ਉਸਦਾ ਅੰਬਾ ਜੇ 5 ਡੋਲੇ ਲਿਆਉਣ ਦੇ ਸੁਪਨੇ ਵੇਖਦਾ ਹੋਊ ਤਾਂ 1 ਡੋਲਾ ਆਪਣੇ ਘਰੋਂ ਤੋਰਨ ਦੀ ਇੱਛਾ ਤਾਂ ਰੱਖਦਾ ਹੀ ਹੋਣਾ। ਜੱਚਾ ਬੱਚਾ ਦੀ ਮੁੱਢਲੀ ਸਾਂਭ ਸੰਭਾਲ ਤੋਂ ਵਿਹਲੀ ਹੋ ਦਾਈ ਬਾਹਰ ਆਈ। ਕੁੜੀ ਜੰਮਣ ਦਾ ਹੌਸਲਾ ਦੇਣ ਲਈ ਉਹ ਅਮਰ ਸਿੰਘ ਨੂੰ ਕੁਝ ਕਹਿਣ ਦਾ ਮੌਕਾ ਲੱਭ ਰਹੀ ਸੀ। ਮਾਂ ਤੋਂ ਅੱਖ ਬਚਾ ਕੇ ਅਮਰ ਸਿੰਘ ਨੇ ਦਾਈ ਦੀ ਮੁੱਠੀ ਵਿੱਚ ਵੱਡਾ ਸਾਰਾ ਨੋਟ ਦਿੰਦੇ ਉੱਚੀ ਆਵਾਜ਼ ਵਿੱਚ ਕਿਹਾ, ਚਾਚੀ ਸਾਂਭ ਵੱਲੋਂ ਕਸਰ ਨਾ ਰਹੇ। ਉਸਨੇ ਕਿਹਾ ਧੀ ਨੂੰ, ਪਰ ਸਮਝਾਵਾਂ ਨੂੰਹ ਵਾਲਾ ਫਾਰਮੂਲਾ ਵਰਤਿਆ ਸੀ। ਅਸਲ ਵਿੱਚ ਉਸਨੇ ਉੱਚੀ ਆਵਾਜ਼ ਨਾਲ ਅੰਦਰ ਪਈ ਪਤਨੀ ਨੂੰ ਵੀ ਆਪਣਾ ਮਨ ਫਰੋੜ ਲਿਆ ਸੀ ਤੇ ਆਪਣੀ ਮਾਂ ਨੂੰ ਵੀ ਇਸ਼ਾਰਾ ਕਰ ਦਿੱਤਾ ਸੀ ਕਿ ਐਵੇਂ ਨਾ ਅੰਗੂਠੇ ਬਾਰੇ ਸੋਚੀ ਜਾਵੇ। ਦੁਪਹਿਰ ਤੱਕ ਅੱਧੇ ਕੁ ਪਿੰਡ ਨੂੰ ਅਮਰ ਦੇ ਕੁੜੀ ਹੋਣ ਦੀ ਖਬਰ ਪਹੁੰਚ ਗਈ ਸੀ। ਸ਼ਿੰਦੋ ਦੀ ਮਾਂ ਨੂੰ ਧੀ ਦੇ ਆਉਣ ਤੇ ਅਮਰ ਸਿੰਘ ਤੋਂ ਵੱਧ ਖੁਸ਼ੀ ਤੇ ਤਸੱਲੀ ਹੋਈ ਸੀ। ਉਸ ਦਿਨ ਅਮਰ ਸਿੰਘ ਦੇ ਘਰ ਜੇਠੇ ਪੁੱਤ ਦੇ ਜਨਮ ਵਰਗੇ ਜਸ਼ਨ ਮਨਾਏ ਗਏ ਸੀ। ਅਗਲੇ ਦਿਨ ਹੀ ਪਿੰਡ ਵਿੱਚ ਦੰਦ ਕਥਾ ਸੀ ਕਿ ਅੰਬੇ ਨੂੰ ਐਡਾ ਕਿਹੜਾ ਕਾਰੂ ਦਾ ਖਜ਼ਾਨਾ ਲੱਭ ਗਿਆ। ਰਾਤ ਨੂੰ ਕਈ ਉਸ ਨਾਲ ਪੈਗ ਤਾਂ ਲਾ ਗਏ, ਪਰ ਉਸ ਦਾ ਮਨ ਕਿਸੇ ਨਾ ਫਰੋਲਿਆ। ਉਹ ਦੱਸਣਾ ਚਾਹੁੰਦਾ ਸੀ ਕਿ ਜਿਹੋ ਜਿਹੀ ਤਸੱਲੀ ਕਦੇ ਉਸ ਨੂੰ ਕਿਸੇ ਦਾ ਜਵਾਈ ਬਣ ਕੇ ਹੋਈ ਸੀ, ਉਸ ਦੇ ਮਨ ਵਿੱਚ ਵੀ ਉਂਝ ਦੀ ਤਸੱਲੀ ਦੀ ਖੁਆਇਸ਼ ਕਿਸੇ ਨੂੰ ਆਪਣਾ ਜਵਾਈ ਬਣਾਉਣ ਦੀ ਵੀ ਹੈ। ਘਰ ਪੈਦਾ ਹੋਏ 5 ਮੁੰਡੇ ਉਸ ਦੀ ਖੁਆਇਸ਼ ਅਗਲੀ ਵਾਰ ਤੇ ਪਾ ਦਿੰਦੇ ਸਨ। 6ਵੀਂ ਵਾਰ ਉਸ ਦੀ ਧੀ ਇਹ ਖੁਆਇਸ਼ ਪੂਰੀ ਕਰ ਗਈ। ਉਸ ਦਾ ਮੰਨਣਾ ਸੀ ਕਿ ਮਾਪਿਆਂ ਨੂੰ ਪੁੱਤਾਂ ਤੋਂ ਵੱਧ ਪਿਆਰ ਧੀਆਂ ਕਰਦੀਆਂ ਨੇ। ਛੋਟੇ ਹੁੰਦਿਆਂ ਹੀ ਕਹਾਣੀਆਂ ਤੋਂ ਕਹਾਵਤ ਸੁਣਦਾ ਆਇਆ ਸੀ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦਰਦ ਵੰਡਾਉਂਦੀਆਂ ਨੇ। ਇਸੇ ਕਰਕੇ ਜੰਮਦੇ ਹੀ ਸਾਰ ਉਸਨੇ ਧੀ ਦਾ ਨਾਂ ਸ਼ਿੰਦੋ ਰੱਖ ਲਿਆ ਸੀ। ਦਿਨ ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਸ਼ਿੰਦੋ ਵੱਡੀ ਹੁੰਦੀ ਗਈ। ਭਾਨੋ ਨੇ ਸ਼ਿੰਦੋ ਨੂੰ ਸਕੂਲ ਭੇਜਣ ਲਈ ਅੰਬੇ ਦੀ ਜਿੱਦ ਤੋੜਨ ਲਈ ਆਪਣੀ ਵਾਹ ਲਾ ਲਈ, ਪਰ ਸਫਲ ਨਾ ਹੋਈ। ਉਹ ਨਹੀਂ ਸੀ ਚਾਹੁੰਦੀ ਕਿ 4 ਅੱਖਰ ਸਿੱਖ ਕੇ ਕੱਲ ਨੂੰ ਕੁੜੀ ਉਸ ਨੂੰ ਹੀ ਅੱਖਾਂ ਵਿਖਾਉਣ ਲੱਗ ਜਾਵੇ। 7 ਸਾਲਾਂ ਦੀ ਹੋਈ ਸ਼ਿੰਦੋ ਨੂੰ ਇੱਕ ਦਿਨ ਅੰਬਾ ਸਕੂਲ ਛੱਡ ਆਇਆ। ਪਿੰਡ ਦਾ ਸਕੂਲ ਧਰਮਸ਼ਾਲਾ ਵਿੱਚ ਲੱਗਦਾ ਸੀ। ਸ਼ਿੰਦੋ ਮਾਸਟਰ ਦਾ ਸਬਕ ਦਾ ਰੱਟਾ ਲਾ ਲੈਂਦੀ ਤੇ ਘਰ ਆ ਕੇ ਸਾਰੇ ਦਾ ਸਾਰਾ ਪਾਪੇ ਨੂੰ ਸੁਣਾਉਂਦੀ। ਅੰਬੇ ਦੀ ਧੀ ਦੇ ਮੂੰਹੋਂ ਊੜਾ ਐੜਾ ਸੁਣਨਾ ਚੰਗਾ ਲੱਗਦਾ। ਪਹਿਲੇ ਹੀ ਮਹੀਨੇ ਸ਼ਿੰਦੋ ਨੇ 35 ਅੱਖਰੀ ਬੋਲਣੀ ਤੇ 50 ਤੱਕ ਗਿਣਨਾ ਸਿੱਖ ਲਿਆ ਸੀ। 5 ਭਰਾ ਸ਼ਿੰਦੋ ਦਾ ਬੜਾ ਤੇਹ ਕਰਦੇ। ਰੱਖੜੀ ਵਾਲੇ ਦਿਨ ਸਾਰਿਆਂ ਦੀ ਖੁਆਇਸ਼ ਹੁੰਦੀ ਕਿ ਸ਼ਿੰਦੋ ਪਹਿਲੀ ਰੱਖੜੀ ਉਸਦੇ ਗੁੱਟ ਤੇ ਬੰਨੇ।
ਪਰ ਸ਼ਿੰਦੋ ਕਿਸੇ ਭਰਾ ਨਾਲ ਭੋਰਾ ਫਰਕ ਨਾ ਕਰਦੀ। ਮਾਂ ਨਾਲ ਹੱਟੀ ਤੇ ਜਾ ਕੇ ਉਹ ਆਪਣੀ ਪਸੰਦ ਦੀਆਂ 5 ਰੱਖੜੀਆਂ ਇੱਕੋ ਜਿਹੀਆਂ ਲੈ ਕੇ ਆਉਂਦੀ। ਉਦੋਂ ਤੱਕ ਸ਼ਿੰਦੋ ਚੁੱਲ੍ਹੇ ਚੌਂਕੇ ਵਿੱਚ ਮਾਂ ਦਾ ਹੱਥ ਬਣਾਉਣ ਲੱਗ ਪਈ ਸੀ। ਉਸਦੇ ਹੱਥ ਦੀ ਬਣੀ ਚਾਹ ਭਰਾਵਾਂ ਨੂੰ ਸਵਾਦ ਲੱਗਣ ਲੱਗਦੀ। 5ਵੀਂ ਤੱਕ ਜਾਂਦੇ ਜਾਂਦੇ ਸ਼ਿੰਦੋ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਸਮਾਜਿਕ ਤੇ ਪਰਿਵਾਰਕ ਵਿਵਹਾਰ ਵਾਲੀਆਂ ਕੰਮ ਦੀਆਂ ਗੱਲਾਂ ਵੀ ਸਿੱਖ ਲਈਆਂ ਸਨ। ਹਰਨਾਮ ਕੌਰ ਉਸ ਨੂੰ ਸਮਝਾਉਂਦੀ, ਧੀਏ ਆਪਣੇ ਘਰ ਜਾਣ ਤੋਂ ਪਹਿਲਾਂ ਸਾਰਾ ਕੁਝ ਸਿੱਖ ਲੈ। ਮਾਂ ਦੇ ਮੂੰਹੋਂ ਆਪਣੇ ਘਰ ਵਾਲੀ ਗੱਲ ਸ਼ਿੰਦੋ ਦੇ ਮਨ ਨੂੰ ਕੰਡੇ ਵਾਂਗ ਚੁਭਦੀ। ਉਹ ਮੂੰਹੋਂ ਤਾਂ ਕੁਝ ਨਾ ਬੋਲਦੀ, ਪਰ ਸੋਚਣ ਜ਼ਰੂਰ ਲੱਗ ਪੈਂਦੀ। ਆਪਣੇ ਮਨ ਨੂੰ ਸਵਾਲ ਕਰਦੀ, ਜੇ ਇਹ ਮੇਰਾ ਘਰ ਨਹੀਂ ਤਾਂ ਫਿਰ ਸਾਰੇ ਇੰਨਾ ਪਿਆਰ ਕਿਉਂ ਕਰਦੇ ਨੇ? ਸਵਾਲਾਂ ਵਿੱਚ ਘਿਰਿਆ ਉਸਦਾ ਮਨ ਕਈ ਉੱਤਰ ਦਿੰਦਾ, ਜਿਨ੍ਹਾਂ ਚੋਂ ਕੋਈ ਵੀ ਉਸਦੀ ਤਸੱਲੀ ਨਾ ਕਰਾਉਂਦਾ। ਸੁੱਖੀ ਸਾਂਦੀ ਆਪਣੇ ਘਰ ਜਾਏ ਕਹਿੰਦੀ ਮਾਂ ਸ਼ਿੰਦੋ ਨੂੰ ਚੰਗੀ ਨਾ ਲੱਗਦੀ। ਉਸਦਾ ਮਨ ਤੜਫਦਾ, ਉਸਨੂੰ ਸਮਾਜਿਕ ਵਿਵਹਾਰ ਕਰਨ ਵਾਲਿਆਂ 'ਤੇ ਗੁੱਸਾ ਆਉਣ ਲੱਗਦਾ। ਫਿਰ ਉਹ ਆਪਣੇ ਆਪ ਨੂੰ ਸਵਾਲ ਕਰਦੀ, ਉਹ ਅਕਲ ਤੋਂ ਖੋਖਲੇ ਥੋੜ੍ਹਾ ਹੋਣਗੇ? ਅਗਲੇ ਪਲ ਰੱਬ 'ਤੇ ਗੁੱਸਾ ਝਾੜਦਿਆਂ ਉਹ ਕਹਿੰਦੀ, ਇੱਕ ਵਾਰ ਮੇਰੇ ਸਾਹਮਣੇ ਆ ਕੇ ਤਾਂ ਦੱਸ ਕਿ ਕੁੜੀਆਂ ਦੇ ਜੰਮਦੇ ਸਾਰ ਉਹਨਾਂ 'ਤੇ ਵਿਗਾਨੀਆਂ ਦਾ ਲੇਬਲ ਲਾਉਣ ਦਾ ਹੱਕ ਤੂੰ ਸਮਾਜ ਨੂੰ ਕਿਉਂ ਦਿੱਤਾ ਹੋਇਆ? ਹਾਈ ਸਕੂਲ ਪਿੰਡੋਂ ਕਾਫੀ ਦੂਰ ਹੋਣ ਕਰਕੇ ਸ਼ਿੰਦੋ ਦੀ ਅਗਲੀ ਪੜ੍ਹਾਈ ਨੂੰ ਬ੍ਰੇਕ ਲੱਗ ਗਈ। ਕੱਦ ਕਾਠ ਪੱਖੋਂ ਮਾਂ ਪਿਓ 'ਤੇ ਜਾਣ ਕਰਕੇ ਮਾਪਿਆਂ ਨੂੰ ਉਸਦਾ ਵਰ ਲੱਭਣ ਦਾ ਖਿਆਲ ਆਉਣ ਲੱਗ ਪਏ। ਕਿਸੇ ਯਾਰ ਵੇਲੀ ਨਾਲ ਗੱਲਾਂ ਕਰਦਿਆਂ ਮਨ ਦੀ ਗੱਲ ਅਮਰ ਸਿੰਘ ਦੀ ਜ਼ੁਬਾਨ 'ਤੇ ਆ ਜਾਂਦੀ। ਕਿਸੇ ਚੰਗੇ ਘਰ ਦਾ ਮੁੰਡਾ ਨਜ਼ਰ ਚੜਿਆ ਤਾਂ ਦੱਸਿਓ ਸਾਡੀ ਸ਼ਿੰਦੋ ਲਈ। ਸੁਣਨ ਵਾਲਾ ਹਾਂ ਕਹਿ ਕੇ ਸਿਰ ਤਾਂ ਹਿਲਾ ਦਿੰਦਾ, ਪਰ ਅਗਲੇ ਪਲ ਸੋਚਣ ਲੱਗ ਪੈਂਦਾ ਕਿ 5 ਭਰਾਵਾਂ ਦੀ ਇਕੱਲੀ ਭੈਣ ਲਈ ਮੁੰਡਾ ਲੱਭਦਿਆਂ ਇਹਨਾਂ ਦੀ ਅੱਖ ਕਿਸੇ ਖਾਸ ਤੇ ਹੀ ਟਿਕੂ। ਅਗਲੇ 2 ਸਾਲਾਂ 'ਚ ਅਮਰ ਸਿੰਘ ਨੇ ਵੱਡੇ 2 ਮੁੰਡਿਆਂ ਨੂੰ ਵਿਆਹ ਲਿਆ। ਜ਼ਮੀਨ ਖੁੱਲੀ ਹੋਣ ਕਾਰਨ ਅਮਰ ਸਿੰਘ ਨੇ ਤੀਜੇ ਮੁੰਡੇ ਦੇ ਰਿਸ਼ਤੇ ਦਾ ਜੁਗਾੜ ਵੀ ਕਰ ਲਿਆ ਤੇ ਬਾਕੀ ਦੋਹਾਂ ਦੇ ਵਿਆਹ ਦੇ ਯਤਨਾਂ ਨੂੰ ਸ਼ਿੰਦੋ ਤੋਂ ਬਾਅਦ ਵੇਖਾਂਗੇ ਤੱਕ ਅੱਗੇ ਪਾ ਲਿਆ। ਇੱਕ ਦਿਨ ਸੁਹਾਣੇ ਵਾਲੇ ਪਿੰਡ ਸਰਦਾਰ ਆ ਕੇ ਅਮਰ ਸਿੰਘ ਅੱਗੇ ਸ਼ਿੰਦੋ ਦੇ ਰਿਸ਼ਤੇ ਲਈ ਝੋਲੀ ਅੱਡ ਦਿੱਤੀ। ਬੇਸ਼ੱਕ ਦੋਵੇਂ ਜੀ ਮੁੰਡੇ ਦੀਆਂ ਆਦਤਾਂ ਬਾਰੇ ਪਤਾ ਕਰਕੇ ਹੀ ਹਾਂ ਕਰਨਾ ਚਾਹੁੰਦੇ ਸੀ, ਪਰ ਸਰਦਾਰ ਦੀ ਨਿਮਰਤਾ ਮੂਹਰੇ ਉਹਨਾਂ ਨੂੰ ਕੋਈ ਬਹਾਨਾ ਨਾ ਸੁੱਝਿਆ ਤੇ ਉਸ ਨੂੰ ਹਾਂ ਵਾਲੇ ਨਿੱਘ ਨਾਲ ਘਰੋਂ ਤੋਰਿਆ। ਸਰਦਾਰ ਅਮਰੀਕ ਸਿੰਘ ਉਸ ਪਿੰਡੋਂ ਆਪਣੇ ਗੁਆਂਢ ਵਿਆਹੀ ਬਸੰਤ ਕੌਰ ਤੇ ਸ਼ਿੰਦੋ ਦੇ ਸੁਭਾਅ ਤੇ ਆਦਤਾਂ ਬਾਰੇ ਪਤਾ ਤੇ ਤਸੱਲੀ ਕਰਕੇ ਹੀ ਘਰੋਂ ਇਹ ਮੰਗ ਕਰਨ ਤੁਰਿਆ ਸੀ। ਅੰਬਾਂ ਦੇ ਬਾਗ ਤਾਂ ਅਮਰੀਕ ਸਿੰਘ ਨੇ ਠੇਕੇ ਤੇ ਦਿੱਤੇ ਹੋਏ ਸੀ, ਪਰ ਅਗਲੇ ਕੁਝ ਦਿਨ ਮੱਕੀ ਦੀ ਬਿਜਾਈ ਦੇ ਰੁਝੇਵੇਂ ਹੋਣ ਕਾਰਨ ਉਸਨੇ ਛੁਹਾਰੇ ਦੀ ਰਸਮ ਲਈ ਮਹੀਨੇ ਬਾਅਦ ਯਾਨੀ 25 ਭਾਦੋਂ ਦਾ ਦਿਨ ਤੈਅ ਕਰ ਲਿਆ ਤੇ ਵਿਆਹ ਕਣਕ ਦੀ ਬਿਜਾਈ ਤੋਂ ਬਾਅਦ ਮੱਘਰ ਮਹੀਨੇ ਦੇ 5ਵੇਂ ਦਿਨ ਦਾ ਰੱਖ ਲਿਆ। ਅਮਰੀਕ ਸਿੰਘ ਨੂੰ ਕੁੜਮਾਂ ਦੀ ਇਸ ਗੱਲ ਤੇ ਫਖਰ ਮਹਿਸੂਸ ਹੁੰਦਾ ਕਿ ਉਹਨਾਂ ਨੇ ਉਸ ਨੂੰ ਖਾਲੀ ਨਹੀਂ ਸੀ ਮੋੜਿਆ। ਉਸ ਨੂੰ ਆਪਣੇ ਖਾਨਦਾਨ ਵਿੱਚ ਰਿਸ਼ਤਿਆਂ ਦੇ ਮੁੱਢ ਵੱਜਣ ਮੌਕੇ ਹੋਈਆਂ ਕਈ ਘਟਨਾਵਾਂ ਚੇਤੇ ਆਉਂਦੀਆਂ। ਗੱਲਾਂ ਗੱਲਾਂ ਵਿੱਚ ਉਹ ਆਪਣੀ ਪਤਨੀ ਨੂੰ ਉਹ ਗੱਲਾਂ ਯਾਦ ਕਰਾਉਂਦਾ ਤੇ ਦੋਹਾਂ ਦੇ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ। ਫਸਲ ਦੀ ਸਾਂਭ ਸੰਭਾਲ ਤੇ ਬਿਜਾਈ ਦੇ ਨਾਲ ਨਾਲ ਉਹਨਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਵੀ ਹੁੰਦੀਆਂ ਰਹੀਆਂ। ਕਈ ਰਿਸ਼ਤੇਦਾਰ ਨੂੰ ਆਪ ਜਾ ਕੇ ਕਹਿਣਾ ਜਾਂ ਲਾਗੀ ਦੇ ਹੱਥ ਸੱਦਾ ਭੇਜਣਾ ਬਾਰੇ ਤੈਅ ਕੀਤਾ ਜਾਣ ਲੱਗ ਪਿਆ। ਨੂੰਹ ਦੀ ਵਰੀ ਬਾਰੇ ਸਲਾਹਾਂ ਹੋਣ ਲੱਗੀਆਂ ਤੇ ਕਿਹੜੀ ਦੁਕਾਨ ਤੋਂ ਕੀ ਲੈਣਾ ਹੈ ਬਾਰੇ ਸੋਚਿਆ ਜਾਣ ਲੱਗਾ। ਸ਼ਿੰਦੋ ਦੇ ਵਿਆਹ ਤੇ ਪਿਓ ਵੱਲੋਂ ਕੀਤੇ ਚਾਵਾਂ ਤੇ ਸ਼ਰੀਕ ਦੀ ਕੁਸਰ ਮੁਸਰ ਦੇ ਨਾਲ ਨਾਲ ਅਮਰ ਸਿੰਘ ਦੀ ਵਿਚਲੀ ਨੂੰਹ ਨੇ ਵੀ ਬਹੁਤ ਨੱਕ ਮੂੰਹ ਚੜਾਏ ਸੀ। ਵਿਆਹ ਮੌਕੇ ਇਲਾਕੇ ਦੇ ਮੁਤਬਰ ਸੱਦੇ ਗਏ। ਜੰਝ ਦੇ ਸਵਾਗਤ ਤੇ ਸੇਵਾ ਵਿੱਚ ਕਸਰ ਨਹੀਂ ਛੱਡੀ ਗਈ। ਸਰਦੀ ਕਰਕੇ ਬਰਾਤੀਆਂ ਨੂੰ ਨਹਾਉਣ ਲਈ ਗਰਮ ਪਾਣੀ ਦੇਣ ਲਈ ਧਰਮਸ਼ਾਲਾ ਕੋਲ ਭੱਠੀਆਂ ਬਾਲ ਦਿੱਤੀਆਂ ਸਨ। ਵਿਆਹ ਦੀਆਂ ਸਾਰੀਆਂ ਰਸਮਾਂ ਬਹੁਤ ਚੰਗੀ ਤਰ੍ਹਾਂ ਨੇਪੇ ਚੜੀਆਂ। ਕੁਦਰਤ ਨੇ ਵੀ ਸਾਥ ਦਿੱਤਾ।
ਹਫ਼ਤੇ ਲੰਘੇ ਪੈਂਦੀ ਰਹੀ ਧੁੰਦ ਨੇ ਵੀ ਉਦੋਂ ਛੁੱਟੀ ਕਰ ਲਈ ਸੀ। ਵਿਦਾਈ ਵੇਲੇ ਗਮਗੀਨ ਹੋਏ ਮਾਹੌਲ ਵਿੱਚ ਧੀ ਨੂੰ ਜੱਫੀ ਵਿੱਚ ਕੁੱਟਦਿਆਂ ਮਾਂ ਸ਼ਿੰਦੋ ਨੂੰ ਆਪਣੀ ਉਹੀ ਗੱਲ 2 ਵਾਰ ਯਾਦ ਕਰਵਾਈ, ਧੀਏ ਦੇਖ, ਜਿਵੇਂ ਤੂੰ ਆਪਣੇ ਪਿਓ ਦੀ ਪੱਗ ਤੇ ਦਾਗ ਨਹੀਂ ਲੱਗਣ ਦਿੱਤਾ, ਉਂਝ ਹੀ ਆਪਣੇ ਘਰ ਜਾ ਕੇ ਖਾਨਦਾਨ ਦੀ ਪੱਗ ਦੇ ਤੁਰਲੇ ਹੋਰ ਉੱਚੇ ਕਰ ਰਹੇ ਨੇ। ਇਸ ਆਪਣੇ ਘਰ ਦੇ ਚੇਤੇ ਨੇ ਸ਼ਿੰਦੋ ਦੇ ਮਨ ਤੇ ਮਾਪਿਆਂ ਦੇ ਵਿਛੋੜੇ ਦੀ ਚੀਜ਼ ਨੂੰ ਕੁਝ ਘੱਟ ਕਰਨ ਦਾ ਕੰਮ ਕੀਤਾ। ਆਪਣੇ ਘਰ ਦਾ ਅਹਿਸਾਸ ਉਸਨੂੰ ਚੰਗਾ ਚੰਗਾ ਲੱਗਾ। ਉਸਦੇ ਦਿਮਾਗ ਵਿੱਚ ਆਪਣੇ ਘਰ ਦੇ ਬੁਣੇ ਸੁਪਨਿਆਂ ਵਾਲੀ ਰੀਲ ਚੱਲਣ ਲੱਗ ਪਈ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਅਤੇ ਆਪਣੇ ਘਰ ਨੂੰ ਸਵਾਰਨ ਦੀਆਂ ਤਰਕੀਬਾਂ ਦੀ ਤਾਣੀ ਬੁਣਦੇ ਹੋਏ ਸ਼ਿੰਦੋ ਸ਼ਿੰਗਾਰੀ ਹੋਈ ਡੋਲੀ ਵਿੱਚ ਜਾ ਬੈਠੀ। ਸਹੁਰੇ ਘਰ ਸ਼ਿੰਦੋ ਦੇ ਚਾਅ ਮਲਾਰਾਂ ਵਿੱਚ ਕਸਰ ਨਾ ਛੱਡੀ ਗਈ। ਘਰ ਦਾ ਕੋਨਾ ਕੋਨਾ ਉਸਨੂੰ ਆਪਣਾ ਲੱਗਣ ਲੱਗ ਪਿਆ। ਘਰ ਦੀਆਂ ਮੱਝਾਂ ਗਾਵਾਂ ਨਾਲ ਉਸਨੂੰ ਆਪਣਿਆਂ ਵਰਗਾ ਮੋਹ ਜਾਗ ਗਿਆ। ਉਹ ਚੇਤੇ ਕਰਦੀ, ਬੀਬੀ ਤਾਂ ਠੀਕ ਹੀ ਕਹਿੰਦੀ ਹੁੰਦੀ ਸੀ ਕਿ ਆਪਣਾ ਘਰ ਹੋਊ, ਰੱਬ ਨੇ ਕਿੰਨਾ ਵਧੀਆ ਦਿੱਤਾ ਏ ਘਰ ਤੇ ਵਰ। ਆਪਣੀਆਂ ਵਿਆਹੀਆਂ ਸਹੇਲੀਆਂ ਵੱਲ ਝਾਤ ਮਾਰਦਿਆਂ ਸ਼ਿੰਦੋ ਆਪਣੇ ਆਪ ਨੂੰ ਵਡਭਾਗਣ ਸਮਝਦੀ। ਉਸਦਾ ਰੋਮ ਰੋਮ ਰੱਬ ਦਾ ਸ਼ੁਕਰਾਨਾ ਕਰਦਾ। ਪਤੀ ਦੀ ਬਿਨਾਂ ਗੱਲੋਂ ਗੁੱਸੇ ਹੋਣ ਦਾ ਉਸਨੂੰ ਬੁਰਾ ਤਾਂ ਲੱਗਦਾ, ਪਰ ਨਾਲ ਹੀ ਉਸਨੂੰ ਕਿਤੋਂ ਪੜ੍ਹਿਆ ਯਾਦ ਆ ਜਾਂਦਾ ਕਿ ਜਿੱਥੇ ਫੁੱਲ ਹੋਣਗੇ ਉੱਥੇ ਰਾਖੀ ਲਈ ਥੋੜ੍ਹੇ ਕੰਡੇ ਜ਼ਰੂਰ ਹੁੰਦੇ ਨੇ। ਮਹੀਨਾ ਕੁ ਸਾਰਾ ਸਭ ਕੁਝ ਠੀਕ ਚੱਲਦਾ ਰਿਹਾ, ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ਤਿਵੇਂ ਤਿਵੇਂ ਸੱਸ ਦੇ ਚਾਅ ਰੋਹਬ ਵਿੱਚ ਬਦਲਣ ਲੱਗ ਪਏ। ਕਿਸੇ ਗਲਤੀ ਤੋਂ ਸ਼ਿੰਦੋ ਨੂੰ ਕੁਝ ਸੁਣਨਾ ਪੈ ਜਾਂਦਾ। ਬੇਵਜ੍ਹਾ ਟੋਕਾ ਟਾਕੀ ਕਾਰਨ ਉਸਦਾ ਮਨ ਪੀੜਿਆ ਜਾਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਵੇਖਾਂ ਝਾਕਦੀ ਹੈ ਜਿਵੇਂ ਘਰ ਦੀ ਮਾਲਕਣ ਹੋਵੇ। ਸੱਸ ਦੇ ਸਤਾਨੇ ਨੇ ਸ਼ਿੰਦੋ ਦੇ ਮਨ ਨੂੰ ਬਲੁੰਦਰ ਕੇ ਰੱਖ ਦਿੱਤਾ। ਅੰਦਰ ਵੜ ਕਈ ਘੰਟੇ ਰੋਂਦੀ ਰਹੀ ਤੇ ਰੱਬ ਨੂੰ ਸਵਾਲ ਕਰਦੀ ਰਹੀ, ਹੁਣ ਤਾਂ ਦੱਸ ਦੇ ਕਿ ਮੇਰਾ ਘਰ ਕਿਹੜਾ ਏ। ਰਾਤ ਪਈ ਤੇ ਸ਼ਿੰਦੋ ਨੇ ਦਿਨ ਵਾਲੀ ਗੱਲ ਪਤੀ ਨੂੰ ਦੱਸ ਕੇ ਪੁੱਛਿਆ, ਇਹ ਸਾਡਾ ਘਰ ਨਹੀਂ। ਬੀਬੀ ਨੇ ਗੱਲ ਤਾਂ ਕੁਝ ਨਹੀਂ ਕਿਹਾ ਜਦੋਂ ਤੱਕ ਭਾਪੇ ਹੋਰੀ ਨੇ ਘਰ ਉਹਨਾਂ ਦਾ ਹੀ ਹੈ। ਪਤੀ ਦਾ ਜਵਾਬ ਸੁਣ ਸ਼ਿੰਦੋ ਨੂੰ ਲੱਗਿਆ ਜਿਵੇਂ ਬਰਫ਼ ਦੇ ਤੋਦੇ ਹੇਠਾਂ ਦਬ ਗਈ ਹੋਵੇ। ਕਾਫੀ ਦੇਰ ਤੱਕ ਉਸਦੇ ਮਨ ਵਿੱਚ ਸਵਾਲ ਜਵਾਬ ਦੀ ਜੰਗ ਛਿੜੀ ਰਹੀ। ਆਖਰ ਸਮਾਂ ਪਾ ਕੇ ਸ਼ਿੰਦੋ ਨੇ ਮਨ ਨਾਲ ਸਮਝੌਤਾ ਕਰ ਲਿਆ। ਉਹ ਇਹ ਸੋਚ ਕੇ ਘਰ ਵਿੱਚ ਸਮਾ ਗਈ ਕਿ ਕਦੇ ਤਾਂ ਘਰ ਦੀ ਮਾਲਕਣ ਬਣੇਗੀ। ਦਿਨ, ਮਹੀਨੇ ਤੇ ਸਾਲ ਚੜ੍ਹਦੇ ਤੇ ਲੰਘਦੇ ਗਏ। ਕਈ ਔਖੇ ਦਿਨ ਵੀ ਆਏ, ਪਰ ਸ਼ਿੰਦੋ ਨੇ ਸਹਿਨਸ਼ੀਲਤਾ ਦਾ ਪੱਲਾ ਨਾ ਛੱਡਿਆ। ਪਤੀ ਦੀ ਲੋੜ ਨੂੰ ਉਸਦੇ ਚਿਹਰੇ ਤੋਂ ਹੀ ਬੁੱਝ ਲੈਂਦੀ। ਆਪਣੇ ਦੋਵੇਂ ਪੁੱਤਰਾਂ ਤੇ ਧੀ ਦੇ ਚਾਅ ਤੇ ਲੋੜਾਂ ਪੂਰੀਆਂ ਕਰਨ ਵਿੱਚ ਉਸਨੇ ਨਾ ਦਿਨ ਵੇਖਿਆ ਤੇ ਨਾ ਰਾਤ। ਤਿੰਨਾਂ ਦੇ ਵਿਆਹ ਪੂਰੇ ਚਾਵਾਂ ਨਾਲ ਕੀਤੇ। ਸਾਰੇ ਮੌਕਿਆਂ ਤੇ ਉਸਨੇ ਇੰਜ ਦੀ ਕੋਈ ਕਸਰ ਨਾ ਛੱਡੀ ਜਿਸ ਨੂੰ ਆਪਣੇ ਵਿਆਹ ਮੌਕੇ ਗਲਤੀ ਨਾਲ ਰਹਿ ਗਈ ਹੋਣ ਦਾ ਚੇਤਾ ਸੀ। ਛੋਟੇ ਦੇ ਵਿਆਹ ਨੂੰ ਅਜੇ ਸਾਲ ਕੀ ਹੋਇਆ ਸੀ। 6 ਮਹੀਨੇ ਦੇ ਫਰਕ ਨਾਲ ਸ਼ਿੰਦੋ ਦੇ ਸੱਸ ਸਹੁਰਾ ਉਮਰ ਭੋਗ ਕੇ ਤੁਰਦੇ ਬਣੇ। ਮਾਂ ਦੇ ਫੁੱਲ ਪਾ ਕੇ ਆਉਂਦਿਆਂ ਉਸਦੇ ਪਤੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਚੂਲਾ ਟੁੱਟਣ ਕਾਰਨ ਉਹ ਮੰਜੀ ਤੇ ਪੈ ਗਿਆ। ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਨੂੰਹਾਂ ਪੁੱਤਰਾਂ ਨੇ ਸੰਭਾਲ ਲਈ। ਪਤੀ ਦਾ ਇਲਾਜ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਿੰਦੋ ਨੂੰ ਪੁੱਤਰਾਂ ਨੂੰਹਾਂ ਅੱਗੇ ਹੱਥ ਅੱਡਣਾ ਪੈਂਦਾ। ਸ਼ਿੰਦੋ ਦੀ ਧੀ ਦੇ ਘਰ 3 ਧੀਆਂ ਤੋਂ ਬਾਅਦ ਪੁੱਤਰ ਜੰਮਿਆ ਸੀ। ਨਾਨੀ ਨੇ ਛੂਛਕ ਲੈ ਕੇ ਜਾਣਾ ਸੀ। ਦੋਤੇ ਦਾ ਮੂੰਹ ਵੇਖਣ ਲਈ ਉਸਨੇ ਕਈ ਸਾਲ ਅਰਦਾਸਾਂ ਕੀਤੀਆਂ ਸੀ। ਰੱਬ ਨੇ ਉਸਦੀ ਅਰਦਾਸ ਨੇੜੇ ਹੋ ਕੇ ਸੁਣ ਲਈ ਸੀ। ਹੁਣ ਉਹ ਆਪਣੇ ਮਨ ਦੇ ਚਾਅ ਪੂਰੇ ਕਰਨਾ ਚਾਹੁੰਦੀ ਸੀ। ਉਸਨੇ ਨੂੰਹਾਂ ਪੁੱਤਰਾਂ ਨੂੰ ਬਹਾ ਕੇ ਛੂਛਕ ਦੀ ਤਿਆਰੀ ਬਾਰੇ ਕਿਹਾ। ਦੋਤੇ ਲਈ ਸੋਨੇ ਦੇ ਕੜੇ ਵਾਲੀ ਗੱਲ ਜਦੋਂ ਸ਼ਿੰਦੋ ਦੇ ਮੂੰਹੋਂ ਨਿਕਲਦਾ ਹੀ ਵੱਡੀ ਨੂੰ ਭੜਕ ਪਈ। ਬੀਬੀ, ਉੱਥੇ ਕੀ ਲੈ ਕੇ ਜਾਣਾ ਤੇ ਕੀ ਨਹੀਂ, ਇਹ ਤੂੰ ਸਾਨੂੰ ਨਾ ਸਮਝਾ। ਹੁਣ ਅਸੀਂ ਸੋਚਾਂਗੇ ਕੀ ਕਰਨਾ। ਇੱਥੇ ਸਾਡੀ ਮਰਜ਼ੀ ਚੱਲੂ। ਹੁਣ ਨਾਲੇ ਤੂੰ ਘਰ ਦੀ ਮਾਲਕਣੀ ਜੋ ਹੁਕਮ ਦੇਵੇਂਗੀ। ਸ਼ਿੰਦੋ ਨੂੰ ਲੱਗਿਆ ਜਿਵੇਂ ਕਿਸੇ ਨੇ ਪੱਥਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਹੋਵੇ। ਉਸਨੇ ਕੁਝ ਕਹਿਣਾ ਤਾਂ ਚਾਹਿਆ, ਪਰ ਗਲਾ ਕੁਝ ਕਹਿਣ ਤੋਂ ਜਵਾਬ ਦੇ ਗਿਆ।
ਆਵਾਜ਼ ਅੰਦਰੇ ਦਬ ਕੇ ਰਹਿ ਗਈ। ਬਿਨਾਂ ਕੁਝ ਬੋਲੇ ਲਾਗਲੇ ਕਮਰੇ ਵਿੱਚ ਜਾ ਕੇ ਉਸਨੇ ਪਤੀ ਦੇ ਨਾਲ ਵਾਲੀ ਮੰਜੀ ਮੱਲ ਲਈ। ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ। ਅੱਖਾਂ 'ਚੋਂ ਪਾਣੀ ਪਰਨਾਲੇ ਬਣ ਪਹਿਣ ਲੱਗਾ ਜੋ ਘਟਣ ਦਾ ਨਾਂ ਨਹੀਂ ਸੀ ਲੈ ਰਿਹਾ। ਕਈ ਘੰਟਿਆਂ ਬਾਅਦ ਉਹ ਆਪਣੇ ਆਪ ਵਿੱਚ ਆਈ। ਲਹਿੰਦੇ ਪਾਸੇ ਵਾਲੇ ਖਿੜਕੀ ਦੇ ਅੱਧ ਖੁੱਲ੍ਹੇ ਪੱਲੇ ਰਾਹੀਂ ਡੁੱਬਦੇ ਸੂਰਜ ਦੀ ਲਾਲਗੀ ਦਿਸਣ ਲੱਗ ਪਈ ਸੀ। ਮਨ ਨੂੰ ਤਕੜਾ ਜਿਹਾ ਕਰਕੇ ਉੱਠੀ। ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਕਰਦਿਆਂ ਰੱਬ ਨੂੰ ਮੁਖਾਤਬ ਹੁੰਦਿਆਂ ਉਹ ਇੰਨਾ ਹੀ ਆਖ ਸਕੀ, ਹੇ ਸੱਚੇ ਪਾਤਸ਼ਾਹ, ਕਈ ਸਾਲਾਂ ਤੋਂ ਤੂੰ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਘੇਸ ਮਾਰੀ ਹੋਈ ਹੈ। ਘੱਟੋ ਘੱਟ ਅੱਜ ਤਾਂ ਮੈਨੂੰ ਦੱਸ ਦੇ ਕਿ ਔਰਤ ਦਾ ਆਪਣਾ ਘਰ ਕਿਹੜਾ ਹੁੰਦਾ ਹੈ। ਅਚਾਨਕ ਅੰਦਰੋਂ ਧੜਮ ਦੀ ਆਵਾਜ਼ ਸੁਣ ਕੇ ਉਸਦੇ ਦੋਵੇਂ ਪੁੱਤਰ ਭੱਜ ਕੇ ਆਏ। ਉਹਨਾਂ ਮਾਂ ਨੂੰ ਚੁੱਕ ਕੇ ਮੰਜੇ ਤੇ ਪਾਇਆ। ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਹੀਂ। ਇੱਕ ਪੁੱਤ ਡਾਕਟਰ ਨੂੰ ਸੱਦਣ ਭੱਜ ਗਿਆ, ਦੂਜਾ ਉਸਦੇ ਪੈਰਾਂ ਦੀਆਂ ਤਲੀਆਂ ਝੱਸਣ ਲੱਗਾ। ਡਾਕਟਰ ਨੇ ਆ ਕੇ ਚੈੱਕ ਕੀਤਾ। ਸਰੀਰ ਠੰਡਾ ਹੋ ਰਿਹਾ ਸੀ, ਸਾਹ ਵੀ ਬੰਦ ਸੀ, ਨਬਜ਼ ਦੇਖੀ ਰੁਕੀ ਹੋਈ ਸੀ। ਆਪਣੇ ਸਵਾਲ ਦਾ ਜਵਾਬ ਲੈਣ ਲਈ ਸ਼ਿੰਦੋ ਰੱਬ ਦੇ ਦਰਬਾਰ ਪਹੁੰਚ ਗਈ ਸੀ। ਧੰਨਵਾਦ।